सतनाम। वाहिगुरु साहिब जी। कृपा करो दीन के दाते, मेरा गुण अवगुण न विचारो कोई। माटी का क्या धुप है स्वामी, मानस की गाते ही। माटी का क्या धुप है स्वामी, मानस की गाते ही। परम सत्कारयोग जुगो जुग टल धन धन श्री गुरु ग्रंथ साहिब महाराज जी दी पावन पवित्र निੱਘੀ गोद अंदर शरधा प्रेम नाल गुरु की बख्शिश प्राप्त करन दे लई जुड़ बैठे गुरु सवारे सत संगी प्यारिओ, आओ गुरु साहिबानां दे पावन उपदेशां नूं दृढ़ करन दे लई उस अनुसार अपने जीवन नूं ढालण दा यतन करिए। करो मनविरतियां एकागर, करो रसना पवित्र, प्रेम सहित गुरफतेह बुलाओ आखो जी। वाहिगुरु जी का खालसा, वाहिगुरु जी की फतेह। धर्म स्थान दे नाल मनुख दा संबंध बड़ा गहरा है। धर्म स्थान धर्म कमाउण दी थां। जदों रब्बी बाणी नूं पढ़ीए, गुरुदेव ने सानू इत्थों तक समझा दिता। कहण लगे परमेश्वर ने सारी कायनात बनाई है, सारी दुनिया बनाई है, सारी सृष्टि की रचना रची है। जिथे सारी सृष्टि बनाई, हजूर कहंदे ने उत्थे तिस विच धरती थाप रखी धर्मशाला। सृष्टि सिरज के विच धरती बना दिती, धरती धर्म कमाउण दी थां बना दिती, जिन्हों गुरुदेव ने आख्या है धर्मशाल है। धर्मशाल के अर्थ बड़े स्पष्ट ने। धर्मशाल में धर्म कमाया जाता है, धर्मशाल नूं धर्म कमाउण दी थां कहा जाता है। ये गल बखरी है। मनुख ने वो धर्म कमाउण दी थां जो धरती सी, उन्होंने पापां दा घर बना लिया। साहब ने रब्बी बाणी अंदर जिथे धरती नूं धर्मशाल आख्या, उथे साडे परमेश्वर दे दरों बरसोए हुए जां परमेश्वर ने जिन्हां विच अपना आप रख के प्रगट कीता है, उन्हां गुरु साहिबानां ने जदों संसार दे अंदर आके धर्म दा होका दिता, तां उन्हां ने धर्मशाल बनाई ताकि उत्थे बैठ के धर्म कमाया जा सके। धर्मशाल बनाई और होका ये दिता, होए एकत्र मिलो मेरे भाई, दुबदा दूर करो लिवलाए। होका दिता दुनिया दे लोगो, आओ सारे रल के इस धर्मशाल विच बैठिए। धर्मशाल विच बह के इत्थे अपनी मन दीयां दुविधावां नूं, इत्थे अपनी मन दे शंकियां नूं, इत्थे अपने अंदर दीयां बुराइयां नूं देखिए।
ਇੱਥੇ ਬਹਿ ਕੇ ਧਰਮ ਦੀ ਜੁਗਤ ਸਿੱਖ ਸਕੀ। ਇਸੇ ਲਈ ਗੁਰੂਦੇਵ ਨੇ ਸਾਨੂੰ ਇਕੱਤਰ ਹੋ ਕੇ ਧਰਮਸਾਲ ਵਿੱਚ ਜੁੜ ਕੇ ਧਰਮ ਦੀ ਜੁਗਤ, ਜੀਵਨ ਦੀ ਜੁਗਤ ਸਿੱਖਣ ਦੀ ਪ੍ਰੇਰਣਾ ਦਿੱਤੀ। ਇਥੋਂ ਤੱਕ ਸਾਹਿਬ ਜੀ ਨੇ ਜਦੋਂ ਰੱਬੀ ਬਾਣੀ ਦੇ ਅੰਦਰ ਬਚਨ ਕੀਤਾ, ਹਜ਼ੂਰ ਕਹਿੰਦੇ ਨੇ ਇਹ ਧਰਮਸਾਲ ਕਹਿ ਲਓ, ਗੁਰਦੁਆਰਾ ਕਹਿ ਲਓ, ਜਿੱਥੇ ਗੁਰੂ ਦੇ ਉਪਦੇਸ਼ ਦੀ ਵਿਚਾਰ ਹੁੰਦੀ, ਜਿੱਥੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਸੀਂ ਸਮਝ ਕੇ ਉਥੋਂ ਗਿਆਨ ਪ੍ਰਾਪਤ ਕਰਦੇ ਹਾਂ। ਰੱਬੀ ਬਾਣੀ ਅੰਦਰ ਹਜ਼ੂਰ ਦਾ ਬਚਨ ਹੈ। ਜਦੋਂ ਧਰਮਸਾਲ ਦੀ ਗੱਲ ਆਈ, ਹਜ਼ੂਰ ਕਹਿਣ ਲੱਗੇ ਇਹ ਸਤ ਸੰਗਤ ਸਤਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਕਹਿਣ ਲੱਗੇ ਅਸਲ ਵਿੱਚ ਇਹ ਜਿਹੜੀ ਧਰਮਸਾਲ ਹੈ, ਇਹ ਜਿਹੜੀ ਸਤ ਸੰਗਤ ਹੈ, ਇਹ ਤੇ ਗੁਰੂ ਦੀ ਲੱਗੀ ਇੱਕ ਕਲਾਸ ਹੈ। ਇਹ ਤੇ ਸਤਿਗੁਰ ਦਾ ਇੱਕ ਸਕੂਲ ਹੈ, ਜਿੱਥੇ ਬੈਠ ਕੇ ਅਸੀਂ ਚੰਗੇ ਗੁਣ, ਹਰੀ ਪ੍ਰਭੂ ਦੀ ਬੰਦਗੀ ਦੇ ਗੁਣ, ਹਰੀ ਪ੍ਰਭੂ ਨਾਲ ਭੇਦਤਾ ਪ੍ਰਾਪਤ ਕਰਨ ਦੇ ਗੁਣ, ਹਰੀ ਪ੍ਰਭੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਗੁਣ ਸਿੱਖਣੇ। ਸਕੂਲ ਦੀ ਇਮਾਰਤ ਬੜੀ ਵੱਡੀ ਹੋਵੇ, ਬਹੁਤ ਵੱਡੀ ਇਮਾਰਤ ਸਕੂਲ ਦੀ ਬਣਾ ਲਈ ਹੈ। ਸਕੂਲ ਦੀ ਇਮਾਰਤ ਵੱਡੀ ਹੋਵੇ, ਬਹੁਤ ਸੁੰਦਰ ਢੰਗ ਦੇ ਨਾਲ ਬਣੀ ਹੋਵੇ, ਦੁਨੀਆ ਦੇਖਣ ਲਈ ਇਹ ਸਕੂਲ ਬੜਾ ਸੋਹਣਾ ਬਣਿਆ। ਉਹਦੇ ਅੰਦਰ ਜੇ ਯੋਗ ਟੀਚਰ ਨਾ ਹੋਵੇ, ਪੜਾਉਣ ਵਾਲਾ ਕੋਈ ਨਾ ਹੋਵੇ, ਉਸ ਖੜੀ ਹੋਈ ਬਿਲਡਿੰਗ ਦੀ, ਉਸ ਬਣਾਈ ਹੋਈ ਸੁੰਦਰ ਬਿਲਡਿੰਗ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ, ਉਹਦਾ ਕਿਣਕਾ ਲਾਭ ਨਹੀਂ ਹੁੰਦਾ। ਉੱਥੇ ਯੋਗ ਟੀਚਰ ਦਾ ਹੋਣਾ, ਜਿਹਨੇ ਗਿਆਨ ਵੰਡਣਾ, ਉਹਦਾ ਹੋਣਾ ਬੜਾ ਜ਼ਰੂਰੀ ਹੈ। ਜੇ ਕਿਤੇ ਗਲਤ ਟੀਚਰ ਆ ਜਾਏ, ਉਹ ਗਲਤ ਗਿਆਨ ਦੇ ਜਾਂ ਉਹ ਪੜਾਵੇ ਹੀ ਨਾ, ਚੰਗਾ ਗਿਆਨ ਸਿਖਾਵੇ ਹੀ ਨਾ, ਉਹ ਦੁਨੀਆ ਨੂੰ ਬਰਬਾਦ ਕਰ ਜਾਂਦਾ। ਇਸੇ ਤਰ੍ਹਾਂ ਸਾਡੇ ਜਿਹੜੇ ਧਰਮ ਸਥਾਨ ਨੇ, ਸਾਡੀਆਂ ਇਹ ਧਾਰਮਿਕ ਥਾਵਾਂ ਨੇ, ਜਿਨ੍ਹਾਂ ਨੂੰ ਅਸੀਂ ਧਰਮਸਾਲ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਆ, ਇਹਨਾਂ ਦੇ ਅੰਦਰ ਅਸੀਂ ਆਉਣਾ ਕੁਝ ਸਿੱਖਣ ਦੇ ਲਈ। ਇੱਥੇ ਆ ਕੇ ਜਿਨ੍ਹਾਂ ਨੇ ਸਾਨੂੰ ਧਰਮ ਦਾ ਗਿਆਨ ਦੇਣਾ, ਸਭ ਤੋਂ ਪਹਿਲੀ ਗੱਲ ਉਹ ਸੁਚੱਜੇ ਧਰਮ ਦਾ ਗਿਆਨ ਦੇਣ ਵਾਲੇ ਹੋਣੇ ਚਾਹੀਦੇ, ਤਾਂ ਕਿ ਧਰਮ ਦਾ ਸੁਨੇਹਾ ਸੰਸਾਰ ਤੱਕ ਪੁੱਜ ਸਕੇ। ਦੂਸਰੀ ਗੱਲ, ਬਿਲਡਿੰਗ ਸਕੂਲ ਦੀ ਸੋਹਣੀ ਹੋਵੇ, ਟੀਚਰ ਵੀ ਚੰਗੇ ਹੋਣ, ਉੱਥੇ ਪੜ੍ਹਨ ਦੇ ਲਈ ਕੋਈ ਆਵੇ ਹੀ ਨਾ, ਉੱਥੇ ਬੱਚਾ ਕੋਈ ਪੜ੍ਹਨ ਦੇ ਲਈ ਨਾ ਆਵੇ, ਸਕੂਲ ਦਾ ਕਿਣਕਾ ਲਾਭ ਨਹੀਂ। ਗੁਰਦੁਆਰੇ ਵੱਡੇ ਬਣਾ ਲਓ, ਧਰਮਸਾਲ ਵੱਡੀਆਂ ਬਣਾ ਲਓ, ਜੋ ਮਰਜ਼ੀ ਕਰ ਲਓ, ਜੇ ਇੱਥੇ ਬੈਠ ਕੇ ਅਸੀਂ ਬਹਿ ਕੇ ਕੁਝ ਸਿੱਖਣਾ ਹੀ ਨਹੀਂ, ਜਾਂ ਇੱਥੇ ਬਹਿਣ ਦੇ ਲਈ ਆਉਣਾ ਹੀ ਨਹੀਂ, ਇੱਥੇ ਇਸ ਭਾਵਨਾ ਨਾਲ ਨਹੀਂ ਆਉਣਾ ਵੀ ਅਸੀਂ ਕੁਝ ਸਿੱਖਣਾ, ਕਿਣਕਾ ਲਾਭ ਨਹੀਂ। ਬੱਚੇ ਇਹ ਭਾਵਨਾ ਲੈ ਕੇ ਆਉਣ ਅਸੀਂ ਪੜ੍ਹਨਾ ਹੀ ਨਹੀਂ, ਫਿਰ ਕਿਵੇਂ ਉੱਥੇ ਸਕੂਲ ਦੀ ਆਊਟਪੁੱਟ ਕੀ ਨਜ਼ਰ ਆਏਗੀ? ਕੁਝ ਵੀ ਨਹੀਂ। ਸਕੂਲ ਉਹ ਚੰਗਾ ਹੈ ਜਿੱਥੋਂ ਚੰਗੇ ਵਿਦਿਆਰਥੀ ਚੰਗੀ ਵਿੱਦਿਆ ਲੈ ਕੇ ਨਿਕਲਣ, ਉਹ ਸਕੂਲ ਦਾ ਨਾਮ ਹੁੰਦਾ ਹੈ। ਜੇ ਸਤਿਗੁਰੂ ਨੇ ਸਕੂਲ ਬਣਾਇਆ, ਇੱਥੇ ਵਿਦਿਆਰਥੀ ਬਣ ਕੇ ਆ ਕੇ ਅਸੀਂ ਪੜ੍ਹ ਕੇ ਕੁਝ ਸਿੱਖ ਕੇ ਅੱਗੇ ਵਧਣਾ। ਇਹ ਕੁਝ ਸਿੱਖਣ ਦੀ ਥਾਂ। ਮਾਫ ਕਰਿਓ ਜੇ ਇੱਥੇ ਝਗੜੇ ਕਰਨ ਦੀ, ਜਾਂ ਕੋਈ ਮਾਣ ਵਡਿਆਈ ਹਾਸਲ ਕਰਨ ਦੀ, ਜਾਂ ਹੋਰ ਕਿਸੇ ਤਰ੍ਹਾਂ ਦੇ ਕੋਈ ਚੀਜ਼ਾਂ ਇਹ ਪ੍ਰਾਪਤ ਕਰਨ ਦੀ ਥਾਂ ਨਹੀਂ। ਹੋ ਸਕਦਾ ਕੋਈ ਕਿਸੇ ਮਕਸਦ ਨਾਲ ਆਉਂਦਾ ਹੋਵੇ, ਹੋ ਸਕਦਾ ਕੋਈ ਕਿਸੇ ਮਕਸਦ ਨਾਲ ਆਉਂਦਾ ਹੋਵੇ, ਪਰ ਗੁਰੂਦੇਵ ਕਹਿੰਦੇ ਭਲਿਓ ਜੇ ਜ਼ਿੰਦਗੀ ਸਵਾਰਨੀ ਹੈ, ਇੱਕੋ ਮਕਸਦ ਰੱਖੋ, ਅਸੀਂ ਗੁਰੂ ਕੋਲੋਂ ਕੁਝ ਸਿੱਖਣ ਲਈ ਜਾਣਾ। ਬੱਚੇ ਦੇ ਮਨ ਅੰਦਰ ਇਹ ਭਾਵਨਾ ਹੋਵੇ ਮੈਂ ਸਕੂਲ ਅੰਦਰ ਕੁਝ ਪੜ੍ਹਨ ਲਈ ਜਾਣਾ, ਉਹ ਬੱਚਾ ਕਾਮਯਾਬ ਹੋ ਜਾਂਦਾ ਹੈ, ਉਹ ਚੰਗੀ ਡਿਗਰੀ ਲੈ ਕੇ ਉਹ ਦੁਨੀਆ ਦੇ ਚੰਗੇ ਅਹੁਦਿਆਂ ਤੇ ਪਹੁੰਚਦਾ ਹੈ। ਜੇ ਗੁਰਦੁਆਰੇ ਆਉਣ ਲੱਗਿਆ ਮਨ ਅੰਦਰ ਭਾਵਨਾ ਹੋਵੇ ਮੈਂ ਕੁਝ ਸਿੱਖਣ ਲਈ ਜਾ ਰਿਹਾ ਹਾਂ, ਮੈਂ ਅੱਜ ਗੁਰੂ ਕੋਲ ਬੈਠ ਕੇ ਕੁਝ ਗੁਣ ਸਿੱਖਣਾ ਹੈ, ਮੈਂ ਕੋਈ ਆਪਣੇ ਜੀਵਨ ਦਾ ਔਗਣ ਛੱਡ ਕੇ ਗੁਰੂ ਦੀ ਗੋਦ ਵਿੱਚ ਕੁਝ ਲੈ ਕੇ ਆਉਣਾ, ਉਹ ਆਤਮਿਕ ਜੀਵਨ ਦੀਆਂ ਬੁਲੰਦੀਆਂ ਨੂੰ ਛੂ ਜਾਂਦਾ। ਉਹਦਾ ਜੀਵਨ ਮਨੁੱਖਤਾ ਦੇ ਲਈ, ਉਹਦਾ ਜੀਵਨ ਸਮਾਜ ਦੇ ਲਈ, ਉਹਦਾ ਜੀਵਨ ਸਰਬੱਤ ਦੇ ਭਲੇ ਦੇ ਲਈ, ਜਾਂ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਸਾਰੀ ਦੁਨੀਆ ਦੇ ਲਈ ਚਾਨਣ ਮਨਾਰਾ ਹੋ ਜਾਂਦੀ, ਉਹ ਸਾਰੀ ਦੁਨੀਆ ਦੀ ਅਗਵਾਈ ਕਰਦਾ ਹੈ। ਉਹਦੀ ਵਡਿਆਈ ਵੀ ਹੁੰਦੀ ਹੈ, ਪਰ ਮਾਲਕ ਦੀ ਕਿਰਪਾ ਨਾਲ ਉਹਨੇ ਆਪਣੇ ਜੀਵਨ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਆ ਕੇ ਘੜਿਆ ਹੁੰਦਾ। ਫੈਕਟਰੀ ਬੜੀ ਵੱਡੀ ਬਣੀ ਹੋਵੇ,
बहुत सारी ਉਹਦੇ ਅੰਦਰ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਣ, ਸਭ ਕੁਝ ਹੋਵੇ, ਉੱਥੋਂ ਪ੍ਰੋਡਕਟ ਕੋਈ ਬਣ ਕੇ ਹੀ ਨਾ ਨਿਕਲੇ। ਕੀ ਕਵਾਂਗੇ? ਫੈਕਟਰੀ ਬੜੀ ਵੱਡੀ ਹੈ, ਕੀ ਕਵਾਂਗੇ? ਉੱਥੋਂ ਬਣ ਕੇ ਕੁਝ ਨਿਕਲਦਾ ਹੀ ਨਹੀਂ, ਪ੍ਰੋਡਕਟ ਕੋਈ ਬਣਦਾ ਹੀ ਨਹੀਂ। ਫੈਕਟਰੀ ਵੱਡੀ ਹੈ, ਬਿਲਡਿੰਗ ਵੱਡੀ ਹੈ, ਉੱਥੇ ਵਰਕਰ ਵੀ ਹੋਣ, ਪਰ ਕੋਈ ਪ੍ਰੋਡਕਟ ਬਣ ਕੇ ਨਾ ਨਿਕਲੇ। ਅਸੀਂ ਕਹਿੰਦੇ ਆ ਇਹ ਫੈਕਟਰੀ ਕਿਸੇ ਕੰਮ ਦੀ ਨਹੀਂ। ਫੈਕਟਰੀ ਥਾਂ ਵੱਡੀ ਵਿੱਚ ਹੈ, ਪਰ ਬਣ ਕੇ ਨਿਕਲਦੇ ਕੁਝ ਨਹੀਂ, ਕੋਈ ਪ੍ਰੋਡਕਟ ਬਣਦਾ ਹੀ ਨਹੀਂ। ਤੇ ਉਸ ਫੈਕਟਰੀ ਨੂੰ ਦੁਨੀਆ ਕਹਿੰਦੀ ਹੈ ਬੇਕਾਰ ਹੈ। ਸੱਚ ਜਾਣਿਓ, ਇਹ ਸਤਿਗੁਰ ਦੀ ਲੱਗੀ ਕਲਾਸ ਹੈ। ਇੱਥੇ ਅਸੀਂ ਆਤਮਿਕ ਜੀਵਨ ਨੂੰ ਘੜਨ ਦੇ ਲਈ ਆਉਣਾ। ਜੇ ਇੱਥੇ ਕੋਈ ਆਊਟਪੁੱਟ ਨਾ ਆਏ, ਇੱਥੋਂ ਅਸੀਂ ਕੁਝ ਬਣ ਕੇ ਨਾ ਨਿਕਲੀਏ, ਇੱਥੇ ਆ ਕੇ ਵੀ ਕੁਝ ਅਸੀਂ ਆਪਣੀ ਜ਼ਿੰਦਗੀ ਅੰਦਰ ਤਬਦੀਲੀ ਨਾ ਲਿਆਈਏ, ਅਸੀਂ ਇੱਥੇ ਆ ਕੇ ਆਪਣੇ ਜੀਵਨ ਨੂੰ ਘੜੀਏ ਹੀ ਨਾ, ਸੱਜਣੇ ਕੋਈ ਲਾਭ ਨਹੀਂ ਹੋਏਗਾ। ਗੁਰਦੇਵ ਨੇ ਤੇ ਰੱਬੀ ਬਾਣੀ ਅੰਦਰ ਬਚਨ ਕੀਤਾ, ਮੈਂ ਹਜ਼ੂਰ ਕਹਿੰਦੇ ਮੈਂ ਧਰਮਸਾਲ ਬਣਾਈ, ਮੈਂ ਬੱਦੀ ਸੱਚ ਧਰਮਸਾਲ, ਮੈਂ ਇੱਕ ਸੱਚੀ ਧਰਮਸਾਲ ਬਣਾਈ ਹੈ। ਗੁਰਸਿੱਖਾਂ ਲੈਂਦਾ ਭਾਲਕ ਹੈ। ਕਹਿੰਦੇ ਮੈਂ ਉਹਦੇ ਵਿੱਚ ਬੈਠਣ ਵਾਲੇ ਭਾਲ ਕੇ ਲਿਆਂਦੇ, ਤਾਂ ਕਿ ਇੱਥੇ ਬੈਠ ਕੇ ਰੱਬ ਦੇ ਘਰ ਦੀ ਵਿਚਾਰ ਹੋ ਸਕੇ। ਇੱਥੇ ਬੈਠ ਕੇ ਅਸੀਂ ਪਰਮੇਸ਼ਰ ਦੇ ਦਰ ਦੀਆਂ ਕਥਾ ਕਹਾਣੀਆਂ ਕਰ ਸਕੀਏ, ਇੱਥੇ ਬੈਠ ਕੇ ਪਰਮੇਸ਼ਰ ਦੀ ਕੀਰਤੀ ਕਰ ਸਕੀਏ, ਇੱਥੇ ਬੈਠ ਕੇ ਹਰੀ ਦੇ ਗੁਣ ਗਾ ਕੇ ਹਰੀ ਦਾ ਰੂਪ ਹੋ ਸਕੀਏ। ਸਤ ਸੰਗਤ ਵਿੱਚ ਆਉਣਾ ਸੀ ਹਰੀ ਦਾ ਰੂਪ ਹੋਣ ਲਈ, ਸਤ ਸੰਗਤ ਵਿੱਚ ਆਉਣਾ ਸੀ ਆਪਣੇ ਜੀਵਨ ਨੂੰ ਸਵਾਰਨ ਦੇ ਲਈ, ਸਤ ਸੰਗਤ ਵਿੱਚ ਆਉਣਾ ਸੀ ਮਨ ਦੀਆਂ ਦੁਵਿਧਾਵਾਂ ਦੂਰ ਕਰਨ ਦੇ ਲਈ, ਸਤ ਸੰਗਤ ਵਿੱਚ ਆ ਕੇ ਅਸੀਂ ਆਪਣੀ ਆਤਮਿਕ ਸੁੱਖ ਦੀ ਪ੍ਰਾਪਤੀ ਕਰਨੀ ਸੀ। ਸੱਜਣਿਓ, ਅਸੀਂ ਇੱਥੇ ਆ ਕੇ ਦੁਵਿਧਾਵਾਂ ਵਧਾ ਲਈ, ਖੱਟਿਆ ਕੁਝ ਵੀ ਨਹੀਂ। ਜੇ ਦੁਵਿਧਾਵਾਂ ਸਾਡੀਆਂ ਵਧੀਆਂ, ਜੇ ਲੜਾਈ ਝਗੜੇ ਵਧੇ ਆ, ਤੇ ਸਾਨੂੰ ਸੋਚਣਾ ਪਏਗਾ ਵੀ ਅਸੀਂ ਕਰ ਕੀ ਰਹੇ ਹਾਂ, ਕਿ ਅਸੀਂ ਕੋਈ ਗੁਰੂ ਸਾਹਿਬ ਦਾ ਉਪਦੇਸ਼ ਲਿਆ ਜਾਂ ਨਹੀਂ। ਇੱਕ ਅੱਜ ਮੈਂ ਹੋਰ ਕਰ ਦੇਣੀ ਚਾਹੁੰਦਾ, ਤਸਵੀਰ ਭਾਵੇਂ ਕੋਈ ਵੀ ਹੋਵੇ, ਕੋਈ ਵੀ, ਚਾਹੇ ਗੁਰੂ ਸਾਹਿਬਾਨਾਂ ਦੀ ਹੋਵੇ, ਕੋਈ ਵੀ ਤਸਵੀਰ ਹੋਵੇ, ਅਗਰ ਤਸਵੀਰ ਜਿਹਦੀ ਤਸਵੀਰ ਹੈ, ਜੇ ਅਸੀਂ ਉਹਦੇ ਉਪਦੇਸ਼ ਨੂੰ ਨਾ ਮੰਨਿਆ, ਤਸਵੀਰਾਂ ਨਾਲ ਦੀਵਾਰਾਂ ਭਰ ਦਿਓ, ਤਸਵੀਰਾਂ ਨਾਲ ਦੀਵਾਰਾਂ ਜੜ ਦਿਓ, ਕੋਈ ਲਾਭ ਨਹੀਂ ਹੋਏਗਾ। ਲਾਭ ਉਦੋਂ ਹੋਣੇ ਜਦੋਂ ਉਹਨਾਂ ਦੇ ਜਿਹੜੇ ਦਿੱਤੇ ਉਪਦੇਸ਼ ਹੈ ਉਹਨਾਂ ਨੂੰ ਅਸੀਂ ਕਮਾਉਣਾ, ਉਹ ਸਾਡੀ ਜ਼ਿੰਦਗੀ ਅੰਦਰ ਆ, ਉਹ ਸਾਡੇ ਜੀਵਨ ਦੇ ਅੰਦਰ ਆ। ਮੈਂ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਬਚਨ ਸਾਂਝਾ ਕਰ ਦੇਣਾ ਚਾਹੁੰਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਦੇ ਚਰਨ ਸ਼ਰਨ ਵਿੱਚ ਸਿੱਖ ਆਇਆ, ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਸਾਹਿਬ, ਮੈਂ ਕੁਝ ਲੋਕ ਦੇਖਦਾ ਵਾਂ ਉਹ ਮੂਰਤੀਆਂ ਨੂੰ ਪੂਜਦੇ ਪਏ, ਮੈਂ ਕੁਝ ਲੋਕ ਦੇਖਦਾ ਵਾਂ ਉਹ ਤੁਹਾਡੀ ਤਸਵੀਰ ਬਣਾ ਕੇ ਉਹਨੂੰ ਪੂਜਦੇ ਆ, ਕੁਝ ਲੋਕ ਮੈਂ ਦੇਖਦਾ ਤੁਹਾਡੇ ਉਪਦੇਸ਼ ਨੂੰ ਕਮਾਉਣ ਵਾਲੇ, ਉਹ ਤੁਹਾਡੇ ਬਚਨਾਂ ਨੂੰ ਕਮਾਉਂਦੇ ਆ, ਉਹ ਰੱਬੀ ਬਾਣੀ ਜੋ ਤੁਹਾਡੇ ਮੁਬਾਰਕ ਰਸਨਾ ਤੋਂ ਨਿਕਲੇ ਬਚਨ ਨੇ, ਉਹਨਾਂ ਨੂੰ ਮੰਨਦੇ ਨੇ, ਉਹਨਾਂ ਨੂੰ ਜਪਦੇ ਨੇ, ਉਹਨਾਂ ਨੂੰ ਸਿਮਰਦੇ ਨੇ, ਉਹਨਾਂ ਨੂੰ ਗਾਉਂਦੇ ਨੇ। ਕਿਰਪਾ ਕਰਕੇ ਦੱਸੋ ਤੁਹਾਡੀ ਖੁਸ਼ੀ ਕਿਹਦੇ ਤੇ, ਤੁਸੀਂ ਕਿਹਦੇ ਤੇ ਪ੍ਰਸੰਨ ਹੁੰਦੇ? ਗੁਰਦੇਵ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਸੀ, ਗੁਰਦੇਵ ਨੇ ਬਹੁਤ ਸੁੰਦਰ ਗੱਲ ਸਾਨੂੰ ਸਮਝਾਈ। ਕਹਿਣ ਲੱਗੇ ਦੁਨੀਆ ਦੇ ਲੋਗੋ, ਅਸਲ ਵਿੱਚ ਕੋਈ ਵੀ ਜਿਹੜਾ ਧਰਮ ਦੀ, ਪਰਮੇਸ਼ਰ ਦੇ ਦਰ ਦੀ ਬਖਸ਼ਿਸ਼ ਜਾਂ ਪਰਮੇਸ਼ਰ ਦੇ ਦਰ ਦਾ ਗਿਆਨ ਦੇਣ ਲਈ ਜਿਹੜਾ ਸੰਸਾਰ ਅੰਦਰ ਆਉਂਦਾ ਹੈ, ਉਹ ਕਦੀ ਵੀ ਆਪਣੀ ਤਸਵੀਰ ਨੂੰ ਨਹੀਂ ਪੁਜਾਉਂਦਾ, ਉਹ ਨਹੀਂ ਆਪਣੀ ਤਸਵੀਰ ਨੂੰ ਪੁਜਾਉਂਦਾ। ਕਹਿਣ ਲੱਗੇ ਜਿਹੜਾ ਅਸਲ ਵਿੱਚ ਅਸੀਂ ਨਹੀਂ ਚਾਹੁੰਦੇ ਕੋਈ ਸਾਡੀ ਤਸਵੀਰ ਬਣਾ ਕੇ ਪੂਜੇ, ਸਾਡੀ ਤਸਵੀਰ ਬਣਾ ਕੇ ਪੂਜਣਾ ਵੀ ਕਹਿਣ ਲੱਗੇ ਸੇਮ ਉਸੇ ਤਰ੍ਹਾਂ ਜਿਵੇਂ ਕੋਈ ਪੱਥਰਾਂ ਨੂੰ ਲੋਕ ਪੂਜਦੇ ਪਏ ਨੇ। ਕਹਿਣ ਲੱਗੇ ਅਸਲ ਵਿੱਚ ਅਸੀਂ ਸਰੀਰਾਂ ਨਾਲ ਜੋੜਨ ਲਈ ਨਹੀਂ ਆਏ, ਗੱਲ ਸਰੀਰਾਂ ਦੀ ਨਹੀਂ, ਅਸਲ ਵਿੱਚ ਅਸੀਂ ਤੇ ਰੱਬ ਦੇ ਦਰ ਦਾ ਹੋਕਾ ਦੇਣ ਲਈ ਆਏ, ਆ ਪਰਮੇਸ਼ਰ ਦੇ ਘਰ ਦਾ ਗਿਆਨ ਦੇਣ ਲਈ ਆਏ, ਆ ਰੱਬੀ ਬਾਣੀ ਤੁਹਾਡੀ ਝੋਲੀ ਪਾਉਣ ਲਈ ਆਏ ਆ। ਇਸ ਗੁਰ ਸ਼ਬਦ ਨਾਲ ਜੁੜੋ, ਇਸ ਰੱਬੀ ਬਾਣੀ ਨਾਲ ਜੁੜੋ, ਗੁਰ ਸ਼ਬਦ ਨਾਲ ਜੁੜੋਗੇ, ਰੱਬੀ ਬਾਣੀ ਨਾਲ ਜੁੜੋਗੇ। ਅਸਲ ਵਿੱਚ ਰੱਬੀ ਬਾਣੀ ਹੀ ਗੁਰੂ ਹੈ। ਆ ਜਿਹੜੇ ਰਸਨਾ ਤੋਂ ਅਸੀਂ ਬਚਨ ਕਹਿੰਦੇ ਨਾ, ਅਸਲ ਵਿੱਚ ਇਹ ਗੁਰੂ ਨੇ। ਇਹ ਰਸਨਾ ਨਾਲ ਤੋਂ ਜਿਹੜੇ ਅਸੀਂ ਬਚਨ ਕਹਿੰਦੇ ਪਏ ਆ, ਇਹ ਨਿਰੰਕਾਰ ਦੇ ਬੋਲ ਨੇ। ਉਹਨਾਂ ਨੂੰ ਹਜ਼ੂਰ ਨੇ ਆਖਿਆ ਹਮਰੀ ਪਿਆਰੀ,
ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਕਹਿਣ ਲੱਗੇ ਬਹੁਤ ਪਿਆਰੀ ਇਹ ਅੰਮ੍ਰਿਤ ਨਾਲ ਭਰਪੂਰ ਬਾਣੀ, ਇਹ ਅੰਮ੍ਰਿਤ ਨਾਲ ਲੱਥ-ਪੱਥ ਹੋਈ ਬਾਣੀ ਹੈ। ਇਹ ਵਾਵਾ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਪੋਥੀ ਪਰਮੇਸ਼ਰ ਕਾ ਥਾਨ ਹੈ, ਇਹ ਸ਼ਬਦ ਗੁਰੂ ਹੈ। ਅਸਲ ਵਿੱਚ ਕਹਿਣ ਲੱਗਿਆ ਜਿਹੜਾ ਉਪਦੇਸ਼ ਹੈ ਨਾ, ਇਹ ਅਸਲ ਵਿੱਚ ਗੁਰੂ ਹੈ, ਇਹ ਸ਼ਬਦ ਗੁਰੂ ਹੈ। ਆ ਜਿਹੜੇ ਬਚਨ ਅਸੀਂ ਕਹਿੰਦੇ ਪਏ ਇਹ ਗੁਰੂ ਹੈ, ਇਹ ਬਚਨ ਗੁਰੂ ਨੇ। ਤੁਸੀਂ ਇਹਨਾਂ ਨੂੰ ਮੰਨਿਓ, ਇਹਨਾਂ ਨੂੰ ਕਮਾਇਓ, ਇਹਨਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਿਓ। ਜਦੋਂ ਕੋਈ ਇਹਨਾਂ ਉਪਦੇਸ਼ਾਂ ਨੂੰ ਕਮਾਉਂਦਾ, ਇਹਨਾਂ ਉਪਦੇਸ਼ਾਂ ਨੂੰ ਕਮਾਉਣ ਦੇ ਨਾਲ ਕੋਈ ਸੇਵਾਦਾਰ ਬਣ ਕੇ ਆਏ, ਉਹਨਾਂ ਉਪਦੇਸ਼ਾਂ ਨੂੰ ਕਮਾਏ, ਉਪਦੇਸ਼ਾਂ ਨੂੰ ਕਮਾ ਕੇ ਉਹ ਗੁਰੂ ਰੂਪ ਹੋ ਜਾਂਦਾ, ਉਹ ਗੁਰੂ ਵਰਗਾ ਹੋ ਜਾਂਦਾ। ਜਿਹੜਾ ਇਹਨਾਂ ਉਪਦੇਸ਼ਾਂ ਨੂੰ ਕਮਾਏਗਾ ਉਹ ਪਰਮੇਸ਼ਰ ਵਰਗਾ ਹੋ ਜਾਏਗਾ, ਉਹਦੇ ਅੰਦਰ ਪਰਮੇਸ਼ਰ ਵਰਗੇ ਗੁਣ ਪੈਦਾ ਹੋ ਜਾਣਗੇ। ਇਸ ਕਰਕੇ ਸਮੁੱਚੀ ਰੱਬੀ ਬਾਣੀ ਨੂੰ ਸਾਹਿਬ ਨੇ ਗੁਰੂ ਆਖਿਆ। ਸਰੀਰਾਂ ਦੇ ਚੱਕਰਾਂ ਤੋਂ ਸਾਨੂੰ ਕੱਢ ਦਿੱਤਾ, ਤਸਵੀਰਾਂ ਦੇ ਚੱਕਰਾਂ ਤੋਂ ਸਾਨੂੰ ਮੁਕਤ ਕਰ ਦਿੱਤਾ। ਸਰੀਰ ਕਿਹੜੇ ਤੇ ਅੰਦਰ ਆ ਕੇ ਸਰੀਰ ਭਗਤ ਕਬੀਰ ਸਾਹਿਬ ਜੀ, ਕਬੀਰ ਸਾਹਿਬ ਮਹਾਰਾਜ ਜਾਂ ਹੋਰ ਜਿੰਨੇ ਵੀ ਸਾਡੇ ਸਮਾਜ ਦੀ, ਸਾਡੇ ਸੰਸਾਰ ਦੀ ਅਗਵਾਈ ਕਰਨ ਦੇ ਲਈ ਆਏ, ਉਹ ਕਿਸ ਸਰੀਰ ਦੇ ਅੰਦਰ ਵਰਤ ਕੇ ਉਹਨਾਂ ਨੇ ਆਪਣਾ ਸੰਦੇਸ਼ ਸੰਸਾਰ ਨੂੰ ਦਿੱਤਾ। ਕਹਿਣ ਲੱਗੇ ਸਰੀਰਾਂ ਦੀ ਗੱਲ ਛੱਡੋ, ਸਾਰੇ ਜਿਹੜੇ ਵੀ ਸ਼ਬਦ ਨੇ ਉਹਨਾਂ ਦੇ, ਜਿਹੜਾ ਉਹਨਾਂ ਨੇ ਉਪਦੇਸ਼ ਦਿੱਤਾ, ਅਸਲ ਵਿੱਚ ਉਹ ਗੁਰੂ ਹੈ। ਸਾਰੇ ਬਰਾਬਰ ਦੇ ਸਨਮਾਨ ਦੇ ਹੱਕਦਾਰ ਨੇ, ਗੁਰੂ ਵਿੱਚ ਕੋਈ ਭੇਦ ਨਹੀਂ। ਅਸਲ ਵਿੱਚ ਗੁਰੂ ਤੇ ਉਹ ਹੈ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਨਿਗਲ ਕੇ ਗਿਆਨ ਦਾ ਚਾਨਣ ਦਿੰਦਾ। ਸ਼ਬਦ ਗੁਰੂ ਹੈ, ਉਪਦੇਸ਼ ਗੁਰੂ ਹੈ। ਇਸ ਕਰਕੇ ਉਪਦੇਸ਼ ਨੂੰ ਕਮਾਉਣ ਨਾਲ ਸਾਡੇ ਜੀਵਨ ਦਾ ਉਧਾਰ ਹੋਏਗਾ। ਬਚਨ ਇੱਕ ਹੋਰ ਸਾਂਝਾ ਕਰਦੇ ਹਾਂ। ਪੂਸ਼ਤ ਪਥਿਕ ਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਜਾਈ। ਕਹਿੰਦੇ ਨੇ ਰਾਹ ਵਿੱਚ ਕੋਈ ਰਾਹੀ ਖਲੋ ਜਾਏ, ਰਾਹ ਵਿੱਚ ਖਲੋ ਕੇ ਉਹ ਆਪਣੀ ਮੰਜ਼ਿਲ ਦਾ ਰਾਹ ਪੁੱਛਦਾ ਰਵੇ ਵੀ ਮੈਂ ਇਸ ਥਾਂ ਤੇ ਜਾਣਾ, ਮੈਨੂੰ ਦੱਸ ਦਿਓ ਡਾਇਰੈਕਸ਼ਨ ਕੀ ਹੈ, ਮੈਨੂੰ ਰਾਹ ਦੱਸ ਦਿਓ। ਉਹ ਰਾਹ ਪੁੱਛਦਾ ਰਵੇ, ਸਾਰਾ ਦਿਨ ਪੁੱਛੀ ਜਾਂਦਾ, ਖੜਾ ਉੱਥੇ ਹੀ ਇੱਕ ਕੋਲੋਂ ਪੁੱਛਿਆ, ਦੂਜੇ ਕੋਲੋਂ ਪੁੱਛਿਆ, ਤੀਜੇ ਕੋਲੋਂ ਪੁੱਛਿਆ। ਇਸ ਤਰ੍ਹਾਂ ਪੁੱਛਦਿਆਂ ਪੁੱਛਦਿਆਂ ਉਹਦਾ ਸਮਾਂ ਨਿਕਲਦਾ ਜਾਂਦਾ। ਹੁਣ ਪੁੱਛਦਾ ਸਵੇਰ ਤੋਂ ਹੈ, ਤੁਰਿਆ ਹੀ ਨਹੀਂ। ਪੁੱਛਦਿਆਂ ਪੁੱਛਦਿਆਂ ਉਹਦਾ ਸਾਰਾ ਦਿਨ ਲੰਘ ਗਿਆ, ਤੁਰਿਆ ਹੀ ਨਹੀਂ, ਮੰਜ਼ਿਲ ਨਹੀਂ ਮਿਲੀ। ਕਹਿਣ ਲੱਗੇ ਅਸਲ ਵਿੱਚ ਜੇ ਮੰਜ਼ਿਲ ਤੇ ਪੁੱਜਣੇ, ਪੁੱਛ ਕੇ ਉਸ ਰਾਹ ਤੇ ਤੁਰਨਾ ਪਏਗਾ। ਪੂਸ਼ਤ ਪਥਿਕ ਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ कैसे बातन से जाइए। पूछते हैं वैद, जाइए डॉक्टर दे कोल, डॉक्टर कोल जाके कहिए मेरा रोग देखो, मैनू रोग की है। डॉक्टर ने रोग देख लिया, रोग देख के डॉक्टर ने दवाई भी दे दी। पूछते हैं वैद, वैद ने जदों वैद कोल जाके पूछया, उन्हें रोग भी देख लिया, उन्हें दवाई भी दे दी। हुण दवाई दे नाल परहेज भी दस दिता। ਹੁਣ ਨਾ ਅਸੀਂ ਦਵਾਈ ਖਾਈਏ ਨਾ ਪਰਹੇਜ਼ ਕਰੀਏ। ਹੁਣ ਕਹੀਏ ਅਸੀਂ ਸੋਚੀਏ ਰੋਗ ਮਿਟ ਜਾਏਗਾ, ਰੋਗ ਕਿਵੇਂ ਮਿਟੇਗਾ? पूछते हैं वैद, खाप औखद न संयम से। दवाई संयम ना नहीं खाते, दवाई खाते नहीं, संयम रखते ही नहीं। हुण रोग किवें मिटे? रोग मिटना कोई नहीं। पूछते हैं वैद, खाप औखद न संयम से, कैसे मिटे रोग? सुख सहज समाई है। पूछते सुहागण, पुछिए सुहागणा नूं भी अपने कंत दे दर दा प्यार किवें मिलदा। पूछते सुहागण, कर्म दुहागण के, काम उदां दे करिए जिवें दे दुहागणा करनी। पूछते सुहागण, कर्म दुहागण के। हुण किवें उस कंत दे दर दा, अपने मालिक दे दर दा प्यार असीं पावांगे? इसे तरह हजूर साहब कहंदे ने, भाई साहब जी कहते ने, गाए सुने आंखें मीचे पाइए ना परम पद। सिर्फ गाउण दी गल नहीं, सिर्फ सुन तक ना सीमित रहो। गाए सुने आंखें मीचे पाइए ना परम पद। गुर उपदेश गह जौलो ना कमाई है। जिन्नी देर गुरु दे उपदेश नूं कमाईए ना, जिन्नी देर गुरु दे बचनां नूं कमाईए ना,
उन्नी देर जीवन के अंदर कुछ भी प्राप्त नहीं होएगा। इस करके सतगुरु जी ने रब्बी बाणी के अंदर सानू बार बार प्रेरिया भी ये जो रब्बी बाणी वाह वाह बाणी निरंकार है, ये रब्बी बाणी ही परमेश्वर है। जेड़े इस बाणी नूं पढ़नगे परमेश्वर रूप हो जाणगे। इस करके इसनूं पढ़ो, इसनूं गाओ, इसनूं सुनो, इसनूं विचारो। इत्थों तक कह दिता ये रब्बी बाणी ही ये साडे मन दी खुराक, रब्बी बाणी ही साडे अंदर दा मन दा भोजन है। तन नूं भोजन देने आ, तन नूं सुख देने आ, तन नूं सुंदर वस्त्र भी दे दिते, तन नूं सुंदर भोजन भी दे दिता, तन नूं सब कुछ दिता। तन नूं इन्ने सुख देण दे बावजूद भी मनुख फिर बेचैन। इसदा मतलब कोई ना कोई चीज अधूरी रह गई, कोई ना कोई पक्ष रह गया जिहदे करके असीं बेचैन। तन नूं सुख सारे ने, घर भी है, पहनण लई वस्त्र भी ने, खाण लई भोजन भी है, किसी चीज की कमी नहीं, बंदा फिर बेचैन क्यों? कहते बेचैन इसलिए क्योंकि जो मन नूं खुराक चाहिदी सी ओह नहीं। एक पक्ष अधूरा है, तन की खुराक दे उत्ते जां तन दीयां लोड़ां ते मनुख ने जानी है, मन की लोड़ जिहड़ी सी ओह मनुख ने समझी नहीं, मन की लोड़ वल ध्यान ना दिता। जे तन दीयां लोड़ां ना पूरीआं होण तन दुखी हुंदा है, जे मन दीयां लोड़ां ना पूरीआं होण मन दुखी हुंदा है। जे मन दुखी है, तन नूं जिन्ने मर्जी सुखां दे साधन दे दिओ, जिंदगी सुखी नहीं हो सकदी। हुण मन नूं भोजन जिहड़ा देना है, मन की लोड़ है, वो मन का भोजन जो मन नूं चाहीदा है। हुण ओह गुरुदेव ने रब्बी बाणी सानूं दित्ती, ये मन का भोजन है। इसलिए गुरुदेव ने इहनूं थाल विच तिन वस्तु पईओ, सत संतोख विचारो, अमृत नाम ठाकुर का पियो, जिसका सब सुधारो, जे को खावे जे को पुंचै, तिसका होए उधारो। ए वस्त जी न जाई, नित नित रखो रुतारो, तम संसार चरण लग तरीए, सब नानक ब्रह्म पसारो आखिया। इसलिए आखिया कहन लगे मैं सारे रब्बी बाणी दे बोल एक थां ते ग्रंथ रूप विच इकत्र करके आ तुहाडे मन दे भोजन दा एक थाल परोस दिता, थाल सामने परोस के रख दिता और सारे जगत नूं कह दिता ये मन दा भोजन है, तुसीं इस नूं खाओ, इस नूं पचाओ, इन्हां गुर उपदेशां नूं पढ़ो, इन्हां नूं सुनो, ये मन दा भोजन तुसीं ग्रहण करो। एक बचन होर साझा करदे हां, थाल विच तै वस्तु पई, हर भोजन अमृत सार, जित खादे मन तृप्ति है, पाइए मोख द्वार। कहते जिहड़ा भोजन है ना, ये बड़ा कीमती है, इहनूं खाण नाल मनुख दी तृप्ति हो जाती है। पुछया खाइए की, किवें खाइए, सानू समझ नहीं आउंदा। ते हजूर ने बड़ी सुंदर गल आखी, कहते खाण दा तरीका ते बड़ा सौखा है। थाल में तय वस्तु पईओ, हर भोजन अमृत सार, जित खादे मन तृप्ति है, पाइए मोख द्वार। ए भोजन अलभ है संतो, लभे गुर विचार। ए भोजन बड़ा कीमती है, ये भोजन तुहाडे जीवन का आधार करन वाला है। ये ऐसी वधिया दवाई है, ये तुहाडे अंदर दे सारे रोग कट्टण वाली है। ये ऐसा वधिया ज्ञान का सुम है, ऐसा बल दा दीवा चिराग है, ये तुहाडी जिंदगी नूं रोशना सकदा है, पूर्ण तौर पे तुहाडी जिंदगी रोशनाई जा सकदी है। ये ऐसी चीज है जिहड़ी सानू राक्षसां तो देवते बना सकदी है। ये ऐसी वधिया चीज है, ऐसी जोग अगवाई है जिहड़ी सानू बिख विचों कढ के, जहर विचों कढ के सानू अमृत कर सकदी है। ये ऐसी चीज है, ये लोहो लाल कर सकदी है। ये ऐसी चीज है, पर इसकी प्राप्ति किवें होए? ये भोजन अलभ है संतो, लभे गुर विचार। ये गुरु दे उपदेश की विचार नाल ये तां साडे पल्ले कुछ पएगा जे गुरु दे उपदेश की विचार करिए। जिन्नी देर विचार नहीं है उन्नी देर कुछ प्राप्त नहीं होएगा। जे कुछ प्राप्त नहीं होएगा, जिवें आए उवें तुर जाएंगे, जीवन बर्बाद हो जाएगा। फिर झगड़े ने, फिर दुविधावां ने, फिर मन अंदर वखरियां वखरियां विचारां ने। असल विच साडा गुरु एक है, साडी विचार भी एक होनी बड़ी जरूरी है। जे गुरु एक है, साहब ने रब्बी बाणियां अंदर सानू उपदेश दिता,
हजूर कहंदे भी इत्थे इक्को परमेश्वर की गल है, इत्थे इक्को गुरु की गल है, इत्थे उपदेश भी इक्को ही है। जे एक गुरु है, उपदेश भी एक, उपदेश वखरा वखरा नहीं, गुरु भी एक, उपदेश भी एक। ते जे असी सतगुरु की शरण आए हैं, उस एक उपदेश नूं समझिए, इक्को उपदेश जब साडे पल्ले होएगा, उदों साडी सोच एक हो जाएगी, साडी विचार एक हो जाएगी। साडियां विचारां जदों एक हो गईयां, जदों साडी सोच एक हो गई, फिर कोई दुविधा रह ही नहीं जाएगी, कोई झगड़ा रह ही नहीं जाएगा। सोच ही एक है, विचार ही एक है। जिथे बैठांगे इक्को सोच होएगी, जिथे बैठांगे इक्को विचार होएगी, इक्को गुरु, इक्को सोच, इक्को विचार, फिर दुविधा रहनी ही कोई। फिर सारे आपो विच गुलवकड़ी पा के बैठे, फिर साडियां सांझां बदल गई। दूसरी गल, किसी भी कौम दे सरमाया, किसी भी कौम का कीमती धन उस कौम के बच्चे, जिन्होंने उस कौम नूं अगाह तोरना हुंदा। छोटी जी उदाहरण सांझी करदे हां। एक असी भोजन खाण दे लई जां दाणे जिहड़े है घरां अंदर रखे हुंदे, ਉਹ ਖਾਣ ਦੇ ਲਈ ਰੱਖੇ ਹੁੰਦੇ, ਕੁਝ ਦਾਣੇ ਬੀਜਣ ਲਈ ਵੀ ਰੱਖਦੇ, ਜਿਹੜੇ ਅਗਲੇ ਸਾਲ ਬੀਜਣੇ ਹੁੰਦੇ। ਜੇ ਬੀਜਣ ਵਾਲਾ ਜਿਹੜਾ ਬੀਜਣ ਲਈ ਰੱਖੇ ਹੈ, ਉਹ ਕਿਤੇ ਮੁੱਕ ਜਾਣ, ਉਹ ਨਾ ਸਾਡੇ ਕੋਲ ਰਹਿਣ, ਫਿਰ ਸਿਆਣਾ ਕਿਸਾਨ ਧਾਹਾਂ ਮਾਰਦਾ, ਉਹ ਰੋਂਦਾ ਹੈ। ਲੋਕੀ ਪੁੱਛਦੇ ਆ ਵੀ ਤੂੰ ਕਿਉਂ ਰੋ ਰਿਹਾ? ਕਹਿੰਦਾ ਜਿਹੜੇ ਬੀਜਣੇ ਸੀ ਨਾ ਦਾਣੇ, ਉਹ ਮੇਰੇ ਕੋਲੋਂ ਗੁਆਚ ਗਏ, ਉਹ ਖਤਮ ਹੋ ਗਏ। ਖਾਣ ਵਾਲੇ ਤੇ ਹੈ ਨਾ, ਜਿਹੜੇ ਬੀਜਣੇ ਸਨ, ਜਿਨ੍ਹਾਂ ਦਾ ਅਗਾਂਹ ਫਸਲ ਹੋਣੀ ਸੀ, ਉਹ ਮੇਰੇ ਕੋਲੋਂ ਬੀਜਣ ਵਾਲਾ ਜਿਹੜਾ ਬੀਜ ਹੈ, ਜਿਹੜੀ ਬੀਜਣ ਵਾਲਾ ਜਿਹੜਾ ਉਹ ਕਣਕ ਜਿਹੜੀ ਬੀਜਣੀ ਸੀ, ਉਹ ਮੇਰੇ ਕੋਲ ਮੁੱਕ ਗਈ, ਖਤਮ ਹੋ ਗਈ, ਉਹ ਮੇਰੇ ਕੋਲ ਕਿਤੇ ਗੁਆਚ ਗਈ, ਉਹ ਮੇਰੇ ਹੱਥੋਂ ਕਿਤੇ ਨਿਕਲ ਗਈ। ਮੈਂ ਤਾਂ ਮਾਰ ਕੇ ਰੋਂਦਾ ਪਿਆ। ਕਣਕ ਕੋਲ ਤੇ ਹੈ, ਪਰ ਜਿਹੜੇ ਬੀਜ ਜਿਹੜੇ ਅੱਗੇ ਵਧਾਉਣਾ ਹੈ, ਅਗਲੇ ਫਸਲ ਫੇਰ ਤਿਆਰ ਹੋਣੀ ਹੈ, ਉਹ ਮੇਰੇ ਕੋਲ ਨਹੀਂ ਰਹੀ। ਕੌਮ ਦਾ ਸਰਮਾਇਆ ਅੱਜ ਅਸੀਂ ਸਾਰੇ ਰਲ ਕੇ ਬੈਠੇ ਹਾਂ, ਗੁਰੂ ਦੇ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰਦੇ ਹਾਂ। ਠੀਕ ਹੈ, ਅੱਜ ਅਸੀਂ ਜੁੜ ਬੈਠੇ ਹਾਂ, ਪਰ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਉਹ ਬੱਚੇ ਸਾਡਾ ਸਰਮਾਇਆ। ਜਿੰਨੀ ਦੇਰ ਅਸੀਂ ਉਹਨਾਂ ਨੂੰ ਸਹੀ ਪ੍ਰੇਰਣਾ ਨਾ ਦੇਵਾਂਗੇ, ਜਿੰਨੀ ਦੇਰ ਉਹਨਾਂ ਨੂੰ ਧਰਮ ਦਾ ਗਿਆਨ ਨਾ ਦੇਵਾਂਗੇ, ਜਿੰਨੀ ਦੇਰ ਉਹਨਾਂ ਨੂੰ ਅਸੀਂ ਵਕਤ ਨਾ ਦੇਵਾਂਗੇ, ਜਿੰਨੀ ਦੇਰ ਉਹਨਾਂ ਨੂੰ ਗੁਰੂ ਦੇ ਲੜਨਾ ਨਾ ਲਾਵਾਂਗੇ, ਜਿੰਨੀ ਦੇਰ ਉਹਨਾਂ ਨੂੰ ਗੁਰੂ ਦੇ ਉਪਦੇਸ਼ ਨਾਲ ਨਾ ਜੋੜਾਂਗੇ, ਕੱਲ ਨੂੰ ਸਾਨੂੰ ਪਛਤਾਣਾ ਪਏਗਾ। ਜਿਹੜਾ ਅੱਜ ਬੱਚਾ ਗੁਰੂ ਦੇ ਉਪਦੇਸ਼ ਨਾਲ ਜੁੜੇਗਾ, ਉਹ ਕੱਲ ਨੂੰ ਕਿਸੇ ਕਲੱਬ ਵਿੱਚ, ਕਿਸੇ ਸ਼ਰਾਬ ਦੇ ਠੇਕੇ ਵੱਲ ਨੂੰ ਨਹੀਂ ਜਾਏਗਾ। ਜਿਹੜਾ ਅੱਜ ਗੁਰੂ ਦੇ ਉਪਦੇਸ਼ ਨਾਲ ਜੁੜੇਗਾ, ਉਹਨੂੰ ਸਮਝ ਆਏਗੀ ਧਰਮ ਕੀ ਹੈ, ਉਹ ਕੱਲ ਨੂੰ ਲੜਾਈਆਂ ਝਗੜੇ ਨਹੀਂ ਕਰੇਗਾ। ਜਿਹੜਾ ਅੱਜ ਗੁਰੂ ਦੇ ਉਪਦੇਸ਼ ਨਾਲ ਜੁੜੇਗਾ, ਉਹਨੂੰ ਸਮਝ ਆ ਜਾਏਗੀ, ਉਹ ਕੱਲ ਨੂੰ ਕਿਸੇ ਦੀ ਪੱਤ ਰੋਏਗਾ ਨਹੀਂ, ਉਹ ਦੂਜੇ ਦੀ ਪੱਤ ਬਚਾਉਣ ਵਾਲਾ ਹੋਏਗਾ। ਉਹ ਕਿਸੇ ਦੀ ਪੱਤ ਨਹੀਂ ਰੋਏਗਾ, ਉਹ ਕਿਸੇ ਦਾ ਕਤਲ ਨਹੀਂ ਕਰੇਗਾ, ਉਹ ਕਿਸੇ ਨਾਲ ਲੜਾਈ ਝਗੜੇ ਕਰਕੇ ਮਾੜਾ ਕਰਮ ਨਹੀਂ ਕਰੇਗਾ। ਉਥੇ ਗੁਰੂ ਦੇ ਉਪਦੇਸ਼ ਨਾਲ ਜਿਹੜਾ ਬਚਪਨ ਤੋਂ ਜੁੜ ਗਿਆ, ਇਉਂ ਸਮਝੋ ਉਹ ਗੁਰੂ ਦੇ ਬਚਨ ਕਮਾ ਕੇ, ਉਹ ਸਤਿਗੁਰ ਦੇ ਬਖਸ਼ੇ ਹੋਏ ਉਸ ਉਪਦੇਸ਼ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਕੇ ਤੁਰੇਗਾ। ਜੇ ਅੱਜ ਅਸੀਂ ਸੁਚੇਤ ਨਾ ਹੋਏ, ਆਪਣੇ ਬੱਚਿਆਂ ਨੂੰ ਅੱਜ ਅਸੀਂ ਕੁਝ ਨਾ ਦੇ ਸਕੇ ਨਾ, ਇਉਂ ਸਮਝ ਲਓ ਅਸੀਂ ਬਹੁਤ ਵੱਡੀ ਮਾਰ ਖਾਵਾਂਗੇ। ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਹਨਤਾਂ ਪਾਉਣਗੀਆਂ ਵੀ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡਿਆਂ ਨੇ ਕੀਤਾ ਕੀ? ਸਾਡੇ ਬਜ਼ੁਰਗਾਂ ਨੇ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ, ਸਾਡੇ ਬਜ਼ੁਰਗਾਂ ਨੇ ਸਾਨੂੰ ਸਹੀ ਸੇਧ ਨਹੀਂ ਦਿੱਤੀ। ਇਸ ਕਰਕੇ ਅੱਜ ਸੁਚੇਤ ਹੋਈਏ, ਆਪਣੇ ਬੱਚਿਆਂ ਨੂੰ ਧਰਮ ਸਥਾਨ ਤੇ ਲਿਆਓ, ਗੁਰੂ ਦੇ ਉਪਦੇਸ਼ ਨਾਲ ਜੋੜੋ, ਆਪਣੇ ਵਿਰਸੇ ਨਾਲ ਜੋੜੋ, ਬੱਚਿਆਂ ਨੂੰ ਚਾਹ ਦੇ ਨਾਲ ਲੈ ਕੇ ਆਓ, ਬੱਚਿਆਂ ਨੂੰ ਸਹੀ ਟਾਈਮ ਦਿਓ, ਤਾਂ ਕਿ ਬੱਚੇ ਧਰਮ ਨੂੰ ਸਮਝ ਸਕਣ, ਗੁਰੂ ਉਪਦੇਸ਼ ਨੂੰ ਸਮਝ ਸਕਣ, ਆਪਣੇ ਜੀਵਨ ਨੂੰ ਵਧੀਆ ਬਣਾ ਸਕਣ। ਜਿਹੜੇ ਉਪਰਾਲੇ ਆਪ ਸਾਰੀ ਸੰਗਤ ਰਲ ਕੇ ਕਰ ਰਹੇ ਹੋ, ਬਹੁਤ ਸ਼ਲਾਘਾਯੋਗ ਹੈ। ਵੱਧ ਚੜ ਕੇ ਸਪੋਰਟ ਦਿਓ, ਇਹਨਾਂ ਕੰਮਾਂ ਵਿੱਚ ਸਹਿਯੋਗ ਦਿਓ,
ਤਾਂ ਕਿ ਜਿਹੜੇ ਬੱਚਿਆਂ ਦੇ ਇਹ ਕਾਰਜ ਨੇ 10 ਕਈ ਸਾਲਾਂ ਤੋਂ ਉੱਥੇ ਬੱਚਿਆਂ ਦੇ ਕੈਂਪਾਂ ਦੇ ਵਿੱਚ ਜਾਂਦਾ ਹੈ, ਦੇਖੀਦਾ ਵੀ ਕਿਵੇਂ ਕੈਂਪ ਚੱਲਦੇ ਆ, ਲੋਕ ਸਹਿਯੋਗ ਦਿੰਦੇ ਨੇ। ਕਲਾਸ ਵਿੱਚ ਬੱਚਿਆਂ ਨੂੰ ਪੇਰੈਂਟਸ ਲੈ ਕੇ ਆਏ, ਆਪਣੇ ਬੱਚੇ ਨੂੰ ਛੱਡਣ ਆਉਂਦੇ ਆ, ਉਹ 4 ਬੱਚਿਆਂ ਨੂੰ ਹੋਰ ਲੈ ਕੇ ਆਉਂਦੇ। ਸੇਵਾ, ਆਪਣੇ ਬੱਚੇ ਲਈ ਤੇ ਕੁਝ ਖਰੀਦਣਾ, ਉਹ ਕੁਝ ਖਾਣ ਪੀਣ ਦਾ ਸਮਾਨ ਜਾਂ ਕੋਈ ਚੀਜ਼ ਉਹ ਸਾਰਿਆਂ ਲਈ ਲੈ ਕੇ ਆਉਂਦੇ ਆ, ਤਾਂ ਕਿ ਜਦੋਂ ਕਲਾਸ ਸਮਾਪਤ ਹੋਵੇ ਤੇ ਬੱਚਿਆਂ ਨੂੰ ਕੁਝ ਦਿੱਤਾ ਜਾਏ ਤੇ ਬੱਚਿਆਂ ਨੂੰ ਖੁਸ਼ੀ ਮਿਲਦੀ ਹੈ, ਬੱਚਿਆਂ ਨੂੰ ਵਡਿਆਈ ਦਿੱਤੀ ਜਾਏ, ਬੱਚਿਆਂ ਨੂੰ ਕੁਝ ਖਾਣ ਪੀਣ ਦੀਆਂ ਚੀਜ਼ਾਂ ਦਾ ਪ੍ਰਬੰਧ ਵਧੀਆ ਕਰਕੇ ਦਿੱਤਾ ਜਾਏ। ਕਿਸੇ ਢੰਗ ਨਾਲ ਬੱਚੇ, ਕਿਸੇ ਨਾ ਕਿਸੇ ਢੰਗ ਨਾਲ ਬੱਚੇ ਕਲਾਸ ਵਿੱਚ ਆਉਣ। ਇੱਕ ਵਾਰ ਕਲਾਸ ਵਿੱਚ ਜਿਹੜਾ ਬੱਚਾ ਆ ਜਾਏ, ਚੰਗੀ ਉਹਨੂੰ ਸਿੱਖਿਆ ਮਿਲ ਗਈ ਤੇ ਜਦੋਂ ਬਚਪਨ 'ਚ ਸਹੀ ਸੇਧ ਮਿਲ ਜਾਏਗੀ, ਉਹਦੀ ਜ਼ਿੰਦਗੀ ਬਦਲ ਜਾਏਗੀ, ਉਹਦਾ ਜੀਵਨ ਬਦਲ ਜਾਏਗਾ। ਇਸ ਕਰਕੇ ਜਿੱਥੇ ਪ੍ਰਬੰਧਕ ਕਮੇਟੀ ਉਪਰਾਲੇ ਕਰਦੀ ਹੈ, ਉੱਥੇ ਆਪ ਸੰਗਤਾਂ ਵੀ ਉਪਰਾਲੇ ਕਰੋ। ਘਰ ਘਰ ਅੰਦਰੋਂ ਬੱਚਿਆਂ ਨੂੰ ਪ੍ਰੇਰ ਕੇ ਗੁਰੂ ਘਰ ਚਰਨਾਂ 'ਚ ਲਿਆਓ, ਗੁਰੂ ਸਾਹਿਬ ਦੀ ਹਜ਼ੂਰੀ 'ਚ ਲਿਆਓ, ਆਪਣੇ ਵਿਰਸੇ ਨਾਲ ਜੋੜੋ, ਤੁਹਾਡਾ ਵੀ ਭਲਾ ਹੋਏਗਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋਣਗੇ। ਸਭ ਦੁਬਦੁਆਂ ਮੁਕਾ ਕੇ ਇੱਕ ਗੁਰੂ ਦੀ ਵਿਚਾਰ ਨੂੰ ਗ੍ਰਹਿਣ ਕਰਕੇ ਇੱਕੋ ਸ਼ਬਦ ਦੇ ਲੜ ਲੱਗੋ, ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ। ਸਤਿਗੁਰੂ ਕਿਰਪਾ ਕਰਨ, ਇਹ ਪਾਵਨ ਬਚਨ ਸਾਡੇ ਹਿਰਦੇ ਵਸਣ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਨੀਕ ਬੇਨਤੀਆਂ ਪ੍ਰਵਾਨ ਕਰਨਾ। ਗੁਰ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।